ਗੁਰਬਾਣੀ ਕੀਰਤਨ ਸਿੱਖ ਰਹੇ ਪਿਆਰੇ ਵਿਦਿਆਰਥੀਓ, ਦਾਸ ਪਰਮਜੀਤ ਸਿੰਘ ਡੁਮੇਲੀ ਵਾਲਾ ਗੁਰਬਾਣੀ ਕੀਰਤਨ ਸਿਖਲਾਈ ਦਾ ਅੱਜ ਦੂਸਰਾ ਹਿੱਸਾ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਹੈ। ਸਭ ਤੋਂ ਪਹਿਲੇ ਆਪ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਿਦਿਆਰਥੀਓ, ਅੱਜ ਦੇ ਇਸ ਹਿੱਸੇ ਵਿੱਚ ਅਸੀਂ ਆਪ ਜੀ ਨੂੰ ਹਾਰਮੋਨੀਅਮ ਦੀਆਂ ਸੁਰਾਂ ਬਾਰੇ, ਸਪਤਕ ਬਾਰੇ ਅਤੇ ਸਕੇਲਾਂ ਬਾਰੇ ਜਾਣਕਾਰੀ ਦੇਵਾਂਗੇ। ਹਾਰਮੋਨੀਅਮ ਦੀਆਂ ਕਿੰਨੀਆਂ ਸੁਰਾਂ ਹੁੰਦੀਆਂ ਹਨ ਅਤੇ ਕਿੰਨੇ ਸਪਤਕ ਹੁੰਦੇ ਹਨ, ਕਿੰਨੇ ਸਕੇਲ ਹੁੰਦੇ ਹਨ। ਇਸ ਦੇ ਨਾਲ ਨਾਲ ਸੁਰ ਦੇ ਉੱਪਰ ਹੱਥ ਰੱਖਣਾ ਕਿਵੇਂ, ਸੁਰ ਦਬਾਉਣਾ ਕਿਵੇਂ, ਸੁਰਾਂ ਦੇ ਉੱਪਰ ਹੱਥ ਚਲਾਉਣਾ ਕਿਵੇਂ, ਇਸ ਦੇ ਨਾਲ ਨਾਲ ਸੁਰ ਦੱਬ ਕੇ ਔਰ ਸੁਰਾਂ ਚਲਾਉਂਦੇ ਸਮੇਂ ਪੱਖਾ ਕਿਵੇਂ ਮਾਰਨਾ ਹੈ, ਇਹ ਸਾਰੀ ਜਾਣਕਾਰੀ ਅਸੀਂ ਆਪ ਜੀ ਨੂੰ ਦੇਵਾਂਗੇ। ਸਾਨੂੰ ਪੂਰੀ ਆਸ ਹੈ ਕਿ ਆਪ ਜੀ ਇਹ ਸਾਡਾ ਪੂਰਾ ਐਪੀਸੋਡ ਸੁਣੋਗੇ, ਮੰਨੋਗੇ ਅਤੇ ਗੁਰਬਾਣੀ ਕੀਰਤਨ ਸਿੱਖਣ ਦੇ ਵਿੱਚ ਪੂਰਾ ਲਾਹਾ ਹਾਸਲ ਕਰੋਗੇ। ਸਭ ਤੋਂ ਪਹਿਲੇ ਦਾਸ ਆਪ ਜੀ ਨੂੰ ਇੱਕ ਜ਼ਰੂਰੀ ਬੇਨਤੀ ਕਰਨੀ ਚਾਹੇਗਾ। ਪਿਆਰੇ ਵਿਦਿਆਰਥੀਓ, ਗੁਰਬਾਣੀ ਕੀਰਤਨ ਇੱਕ ਐਸੀ ਮਹਾਨ ਕਲਾ ਹੈ ਜਿਸ ਨੂੰ ਸਿੱਖਣ ਵਾਸਤੇ ਹਰ ਸਿੱਖ ਹੀ ਚਾਹਤ ਰੱਖਦਾ ਹੈ, ਇੱਛਾ ਰੱਖਦਾ ਹੈ। ਹਰ ਸਿੱਖ ਦੀ ਇੱਛਾ ਹੈ ਕਿ ਮੈਂ ਗੁਰਬਾਣੀ ਪੜ੍ਹ ਸਕਾਂ, ਗੁਰਬਾਣੀ ਦਾ ਕੀਰਤਨ ਕਰ ਸਕਾਂ ਅਤੇ ਗੁਰਬਾਣੀ ਦੀ ਕਥਾ ਕਰ ਸਕਾਂ। ਲੇਕਿਨ ਗੁਰਬਾਣੀ ਕੀਰਤਨ ਸਿੱਖਣ ਵਾਸਤੇ ਇੱਕ ਚੰਗੇ ਗੁਰਮਤੀਏ, ਉੱਚੇ ਸੁੱਚੇ ਜੀਵਨ ਵਾਲੇ ਉਸਤਾਦ ਦੀ ਲੋੜ ਹੈ। ਜਿੰਨਾ ਚਿਰ ਸਾਨੂੰ ਇੱਕ ਚੰਗਾ ਕਾਮਲ ਉਸਤਾਦ ਨਹੀਂ ਮਿਲਦਾ, ਉਹਨਾਂ ਚਿਰ ਅਸੀਂ ਚੈਨਲਾਂ ਤੋਂ ਜਾਂ ਕਿਤਾਬਾਂ ਤੋਂ ਕੀਰਤਨ ਨਹੀਂ ਸਿੱਖ ਸਕਦੇ। ਇਸ ਵਾਸਤੇ ਅਸੀਂ ਜੇ ਕੀਰਤਨ ਸਿੱਖਣ ਦੀ ਪੂਰੀ ਚਾਹਤ ਰੱਖਦੇ ਹਾਂ ਤਾਂ ਅਸੀਂ ਕਿਤਾਬਾਂ ਤੋਂ ਜਾਂ ਚੈਨਲਾਂ ਤੋਂ ਲਾਹਾ ਲੈ ਸਕਦੇ ਹਾਂ, ਨਫਾ ਲੈ ਸਕਦੇ ਹਾਂ, ਸਹਾਇਤਾ ਲੈ ਸਕਦੇ ਹਾਂ, ਮਦਦ ਲੈ ਸਕਦੇ ਹਾਂ, ਕਾਫੀ ਜਾਣਕਾਰੀ ਵੀ ਲੈ ਸਕਦੇ ਹਾਂ। ਲੇਕਿਨ ਸਫਲਤਾ ਉਹ ਅਸੀਂ ਇੱਕ ਚੰਗੇ ਉਸਤਾਦ ਦੇ ਰਾਹੀਂ ਹੀ ਲੈ ਸਕਦੇ ਹਾਂ। ਲੇਕਿਨ ਜਿਹੜਾ ਵੀ ਸਾਨੂੰ ਕੀਰਤਨ ਸਿਖਾਉਣ ਵਾਲਾ ਉਸਤਾਦ ਹੋਵੇ, ਉਹਦੇ ਵਾਸਤੇ ਇਹ ਜ਼ਰੂਰੀ ਨਹੀਂ ਕਿ ਉਹ ਸੰਗੀਤ ਦੇ ਵਿੱਚ ਕਿੰਨੀ ਕੁ ਮੁਹਾਰਤ ਰੱਖਦਾ ਹੈ। ਨਹੀਂ, ਉਸ ਦੇ ਨਾਲ ਨਾਲ ਉਸ ਦਾ ਜੀਵਨ ਉੱਚਾ ਸੁੱਚਾ ਹੋਣਾ ਚਾਹੀਦਾ ਹੈ। ਉਹ 5 ਕਕਾਰਾਂ ਦਾ ਧਾਰਨੀ ਹੋਣਾ ਚਾਹੀਦਾ ਹੈ, 5 ਬਾਣੀਆਂ ਦਾ ਨਿਤਨੇਮੀ ਹੋਣਾ ਚਾਹੀਦਾ ਹੈ। ਉਸ ਨੂੰ ਗੁਰਮਤ ਦੀ ਪੂਰੀ ਸੋਝੀ ਹੋਣੀ ਚਾਹੀਦੀ ਹੈ। ਗੁਰਬਾਣੀ ਪਾਠ, ਗੁਰਬਾਣੀ ਵਿਚਾਰ ਅਤੇ ਗੁਰਮਤ ਸੰਗੀਤ ਦੇ ਅਨੁਸਾਰ ਉਹ ਗੁਰਬਾਣੀ ਦਾ ਗਾਇਨ ਕਰਨ ਦੇ ਵਿੱਚ ਪੂਰਾ ਜੋ ਹੈ ਗਿਆਨ ਰੱਖਦਾ ਹੋਵੇ। ਐਸੇ ਉਸਤਾਦ ਨੂੰ ਧਾਰਨ ਕੀਤਿਆਂ ਔਰ ਐਸੇ ਉਸਤਾਦ ਨੂੰ ਅਪਣਾਇਆ ਹੀ ਅਸੀਂ ਗੁਰਬਾਣੀ ਕੀਰਤਨ ਕਰਨ ਦੇ ਵਿੱਚ ਮੁਹਾਰਤ, ਸਫਲਤਾ ਹਾਸਲ ਕਰ ਸਕਦੇ ਹਾਂ। ਸਭ ਤੋਂ ਪਹਿਲੇ ਅਸੀਂ ਆਪ ਜੀ ਨੂੰ ਹਾਰਮੋਨੀਅਮ ਦੇ ਸੁਰਾਂ ਬਾਰੇ ਦੱਸਾਂਗੇ। ਪਿਆਰੇ ਵਿਦਿਆਰਥੀਓ, ਅੱਜ ਕੱਲ੍ਹ ਜੋ ਹਾਰਮੋਨੀਅਮ ਆਉਂਦੇ ਹਨ, ਇਹਨਾਂ ਦੇ 42 ਸਵਰ ਹੁੰਦੇ ਹਨ, 42 ਸਵਰ। ਇਹ ਜੋ 42 ਸਵਰ ਹਨ, ਇਹ 2 ਹਿੱਸਿਆਂ ਵਿੱਚ ਵੰਡੇ ਹੋਏ ਹੁੰਦੇ ਹਨ। ਇੱਕ ਹਿੱਸੇ ਨੂੰ ਕਹਿੰਦੇ ਨੇ ਚਿੱਟੇ ਸਵਰ, ਦੂਸਰੇ ਹਿੱਸੇ ਨੂੰ ਕਹਿੰਦੇ ਹਨ ਕਾਲੇ ਸਵਰ। ਜਿਵੇਂ ਕਿ ਆਹ ਜੋ ਹੇਠਲੇ ਸੁਰ ਹਨ, ਇਹਨਾਂ ਨੂੰ ਕਹਿੰਦੇ ਹਨ ਚਿੱਟੇ ਸਵਰ। ਜਿਹੜੇ ਉੱਪਰ ਵਾਲੇ ਸਵਰ ਹਨ, ਇਹਨਾਂ ਨੂੰ ਕਹਿੰਦੇ ਹਨ ਕਾਲੇ ਸਵਰ। ਸੋ 2 ਨਾਮ ਹੋ ਗਏ, ਚਿੱਟੇ ਸਵਰ ਅਤੇ ਕਾਲੇ ਸਵਰ। ਇਹ ਜੋ 42 ਸਵਰ ਹਨ, ਇਹਨਾਂ ਸੁਰਾਂ ਨੂੰ 3 ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇਹਨਾਂ 3 ਹਿੱਸਿਆਂ ਨੂੰ ਕਹਿੰਦੇ ਹਨ 3 ਸਪਤਕ। ਇਹ ਜੋ 3 ਸਪਤਕ ਹਨ, ਇਸ ਦਾ ਅਰਥ ਹੈ ਕਿ ਇੱਕ ਸਪਤਕ ਵਿੱਚ, ਯਾਨੀ ਕਿ ਇੱਕ ਹਿੱਸੇ ਵਿੱਚ 7 ਸੁਰ ਹੁੰਦੇ ਹਨ। ਮੈਂ ਆਪ ਜੀ ਨੂੰ ਸੁਰਾਂ ਦੇ ਅਨੁਸਾਰ ਦੱਸਣ ਦਾ ਯਤਨ ਕਰਦਾ ਹਾਂ। ਜਿਵੇਂ ਕਿ ਸਭ ਤੋਂ ਪਹਿਲਾਂ ਇੱਥੋਂ ਅਸੀਂ ਆਰੰਭ ਕਰਾਂਗੇ। 1 2 3 4 5 6 7। ਇਹ ਜੋ ਇੱਥੋਂ ਲੈ ਕੇ ਇੱਥੋਂ ਤੱਕ 7 ਸਵਰ ਹਨ, ਇਹਨਾਂ ਨੂੰ ਕਹਿੰਦੇ ਹਨ
ਸਪਤਕ। ਔਰ ਇਹ ਜੋ ਕਾਲੇ ਸਵਰ ਹਨ ਇਹ 5 ਹਨ। ਕਾਲੇ ਸਵਰ 5 ਇਹਨਾਂ ਸੱਤਾਂ ਦੇ ਵਿੱਚ ਹੀ ਮਿਲੇ ਹੋਏ ਹਨ, ਐਡ ਹਨ, ਸ਼ਾਮਲ ਹਨ। ਇਸ ਤਰ੍ਹਾਂ ਇਹ ਸਵਰ ਬਣ ਜਾਂਦੇ ਨੇ 12। 12 ਸਵਰ ਜੋ ਕਿ ਇੱਕ ਸਪਤਕ ਨੂੰ, ਇੱਕ ਹਿੱਸੇ ਨੂੰ ਜਨਮ ਦਿੰਦੇ ਹਨ। ਇਸ ਪਹਿਲੇ ਹਿੱਸੇ ਨੂੰ ਮੰਦਰ ਸਪਤਕ ਕਹਿੰਦੇ ਹਨ। ਪਹਿਲੇ ਹਿੱਸੇ ਨੂੰ ਕੀ ਕਹਿੰਦੇ ਹਨ? ਮੰਦਰ ਸਪਤਕ। ਇਸ ਤੋਂ ਬਾਅਦ ਦੂਸਰਾ ਸਪਤਕ ਸ਼ੁਰੂ ਹੁੰਦਾ ਹੈ ਇਸ ਸਵਰ ਤੋਂ ਲੈ ਕੇ ਇਸ ਸਵਰ ਤੱਕ। ਇਹਦੇ ਵਿੱਚ ਵੀ ਇਹ 7 ਸਵਰ ਹੀ ਆਉਂਦੇ ਹਨ, 1 2 3 4 5 6 7। ਲੇਕਿਨ ਇਹ ਜੋ ਉੱਪਰਲੇ 5 ਸਵਰ ਹਨ ਇਹ ਵੀ ਇਹਨਾਂ ਦੇ ਵਿੱਚ ਸ਼ਾਮਲ ਹਨ। ਇਸ ਤਰ੍ਹਾਂ 12 ਸਵਰ ਸ਼ਾਮਲ ਹੋ ਕੇ ਇਹ ਬਣ ਗਿਆ ਦੂਸਰਾ ਸਪਤਕ। ਇਸ ਨੂੰ ਕਹਿੰਦੇ ਹਨ ਮੱਧ ਸਪਤਕ। ਇਸ ਤੋਂ ਬਾਅਦ ਫਿਰ ਤੀਸਰਾ ਸਪਤਕ ਸ਼ੁਰੂ ਹੁੰਦਾ ਹੈ, 1 2 3 4 5 6 7। ਇਸੇ ਤਰ੍ਹਾਂ ਇਹ 5 ਸਵਰ ਵੀ ਕਾਲੇ ਇਸ ਦੇ ਵਿੱਚ ਆਉਂਦੇ ਹਨ। ਇਹ 12 ਸਵਰਾਂ ਦਾ ਤੀਸਰਾ ਸਪਤਕ, ਇਸ ਨੂੰ ਕਹਿੰਦੇ ਹਨ ਤਾਰ ਸਪਤਕ। ਸੋ 3 ਸਪਤਕ ਸਾਡੇ ਕੋਲ ਹੋ ਗਏ। ਇੱਕ ਸਪਤਕ ਜਿਸ ਨੂੰ ਅਸੀਂ ਕਹਾਂਗੇ ਮੰਦਰ ਸਪਤਕ, ਦੂਸਰਾ ਸਪਤਕ ਜਿਸ ਨੂੰ ਅਸੀਂ ਕਹਾਂਗੇ ਮੱਧ ਸਪਤਕ, ਤੀਸਰਾ ਹੈ ਤਾਰ ਸਪਤਕ। ਦੋਸਤੋ ਇਹ 3 ਸਪਤਕ ਹਾਰਮੋਨੀਅਮ ਦੇ ਮੰਨੇ ਜਾਂਦੇ ਹਨ। ਹੁਣ ਆਪ ਜੀ ਦੇ ਅੰਦਰ ਇੱਕ ਸਵਾਲ ਪੈਦਾ ਹੁੰਦਾ ਹੋਵੇਗਾ ਕਿ ਸਪਤਕ 7 ਸੁਰਾਂ ਦਾ ਹੁੰਦਾ ਹੈ, ਪਰ ਇੱਕ ਸਪਤਕ ਦੇ ਵਿੱਚ 12 ਸਵਰ ਕਿਉਂ? ਔਰ ਦੂਸਰਾ ਸਵਾਲ ਤੁਹਾਡੇ ਅੰਦਰ ਪੈਦਾ ਹੁੰਦਾ ਹੋਵੇਗਾ ਕਿ ਹਾਰਮੋਨੀਅਮ ਦੇ ਜਿਹੜੇ 3 ਸਪਤਕ ਹਨ ਉਹ ਤਾਂ ਇੱਥੇ ਸਮਾਪਤ ਹੋ ਜਾਂਦੇ ਹਨ, ਲੇਕਿਨ ਇਸ ਤੋਂ ਅੱਗੇ ਫਿਰ ਜੋ ਬਾਕੀ ਸਵਰ ਹਨ ਉਹ ਅਸੀਂ ਕਿਸ ਸਪਤਕ ਵਿੱਚ ਰੱਖਾਂਗੇ? ਇਸ ਦਾ ਜਵਾਬ ਅਸੀਂ ਆਪ ਜੀ ਨੂੰ ਦੱਸਣ ਦਾ ਯਤਨ ਕਰਾਂਗੇ। ਅਸਲ ਦੇ ਵਿੱਚ ਜਿਹੜੇ ਸਵਰ ਹੁੰਦੇ ਨੇ ਇਹ 7 ਹੁੰਦੇ ਨੇ। ਮੁੱਖ ਸਵਰ 7 ਸੁਰ ਹੁੰਦੇ ਨੇ, ਲੇਕਿਨ ਸਵਰ 2 ਤਰ੍ਹਾਂ ਦੇ ਹੁੰਦੇ ਹਨ। ਇੱਕ ਹੁੰਦੇ ਨੇ ਚੱਲ ਸੁਰ, ਇੱਕ ਹੁੰਦੇ ਨੇ ਅਚਲ ਸੁਰ। ਚੱਲ ਸੁਰ ਦਾ ਅਰਥ ਹੁੰਦਾ ਹੈ ਜਿਹੜਾ ਸੁਰ ਆਪਣੇ ਸਥਾਨ ਤੋਂ ਉੱਚਾ ਜਾਂ ਨੀਵਾਂ ਹੋਵੇ। ਅਚਲ ਸੁਰ ਉਹ ਹੁੰਦਾ ਹੈ ਜਿਹੜਾ ਸੁਰ ਆਪਣੇ ਸਥਾਨ ਤੇ ਟਿਕਿਆ ਰਹੇ। ਇਹਦੇ ਵਿੱਚ 5 ਸੁਰ ਐਸੇ ਹੁੰਦੇ ਨੇ ਜਿਹੜੇ ਚੱਲ ਸੁਰ ਹੁੰਦੇ ਨੇ, ਰੇ, ਗਾ, ਮਾ, ਧਾ, ਨੀ। ਇਹ 5 ਸੁਰ ਚੱਲ ਸੁਰ ਹੁੰਦੇ ਨੇ। ਲੇਕਿਨ 2 ਸੁਰ ਸਾ ਅਤੇ ਪਾ ਇਹ ਅਚਲ ਸੁਰ ਹੁੰਦੇ ਨੇ, ਇਹ ਆਪਣੇ ਸਥਾਨ ਤੇ ਟਿਕੇ ਰਹਿੰਦੇ ਨੇ। ਇਸ ਲਈ ਇੱਕ ਸਪਤਕ ਦੇ ਵਿੱਚ ਸੁਰ 7 ਹੀ ਹੁੰਦੇ ਨੇ, ਲੇਕਿਨ ਚੱਲ ਅਚਲ ਸੁਰ ਪਾ ਕੇ ਉਹ 12 ਬਣ ਜਾਂਦੇ ਨੇ। ਇੱਕ ਲੰਬੀ ਵਿਚਾਰ ਹੈ, ਇਸ ਵਾਸਤੇ ਇਹ ਲੰਬੀ ਵਿਚਾਰ ਅਸੀਂ ਆਉਣ ਵਾਲੇ ਹਿੱਸਿਆਂ ਦੇ ਵਿੱਚ ਆਪ ਜੀ ਨੂੰ ਵਿਸਥਾਰ ਦੇ ਨਾਲ ਦੱਸਾਂਗੇ। ਦੂਸਰਾ ਆਪ ਜੀ ਦਾ ਸ਼ੰਕਾ ਸੀ ਕਿ ਜਿਹੜੇ ਹਾਰਮੋਨੀਅਮ ਦੇ 3 ਸਪਤਕ ਹਨ ਉਹ ਤਾਂ ਇੱਥੇ ਸਮਾਪਤ ਹੋ ਜਾਂਦੇ ਹਨ, ਇਸ ਤੋਂ ਅਗਲੇ ਜਿਹੜੇ ਸੁਰ ਹਨ ਉਹ ਫਿਰ ਕਿਸ ਸਪਤਕ ਵਿੱਚ ਹੋਏ? ਪਿਆਰੇ ਵਿਦਿਆਰਥੀਓ, ਸਪਤਕ ਅਸਲ ਦੇ ਵਿੱਚ 3 ਹੀ ਹਨ, ਲੇਕਿਨ ਇਹ ਜਿੰਨੇ ਵੀ ਸੁਰ ਹਨ ਇਹਨਾਂ ਨੂੰ ਅਸੀਂ ਕਹਿ ਸਕਾਂਗੇ ਅਤੀ ਤਾਰ ਸਪਤਕ। ਸਪਤਕ ਨਵਾਂ ਨਹੀਂ ਅਸੀਂ ਬਣਾ ਸਕਦੇ। ਜੋ ਵਿਦਵਾਨਾਂ ਨੇ ਸਪਤਕ 3 ਬਣਾ ਦਿੱਤੇ ਹਨ ਉਹੀ ਰਹਿਣਗੇ, ਲੇਕਿਨ ਜਿਉਂ-ਜਿਉਂ ਸੁਰ ਵਧਾਉਂਦੇ ਜਾਵਾਂਗੇ ਉਹਦਾ ਅਸੀਂ ਨਾਮ ਰੱਖਦੇ ਜਾਵਾਂਗੇ ਅਤੀ ਤਾਰ ਸਪਤਕ। ਇਸੇ ਤਰ੍ਹਾਂ ਜੇ ਅਸੀਂ ਮੰਦਰ ਸਪਤਕ ਤੋਂ ਹੇਠਾਂ ਨੂੰ ਆਪਣੀ ਆਵਾਜ਼ ਲਿਜਾ ਸਕਦੇ ਹਾਂ ਤਾਂ ਉਸ ਨੂੰ ਵੀ ਅਸੀਂ ਕਵਾਂਗੇ ਅਤੀ ਮੰਦਰ ਸਪਤਕ। ਇਸ ਵਾਸਤੇ ਅਤੀ ਮੰਦਰ ਸਪਤਕ ਅਤੇ ਅਤੀ ਤਾਰ ਸਪਤਕ। ਲੇਕਿਨ ਜੋ ਵਿਦਵਾਨਾਂ ਨੇ 3 ਸਪਤਕ ਬਣਾ ਦਿੱਤੇ ਨੇ ਸਾਨੂੰ ਉਹੀ ਮੰਨਣੇ ਪੈਣਗੇ। ਹੋਰ ਵਿਸਥਾਰ ਦੇ ਨਾਲ ਇਹ ਵਿਚਾਰਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਜਾਵਾਂਗੇ। ਹੁਣ ਅਸੀਂ ਆਪ ਜੀ ਨੂੰ ਸੁਰਾਂ ਦੇ ਨਾਮ ਬਾਰੇ ਦੱਸਾਂਗੇ। ਪਹਿਲੇ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਸੁਰ 7 ਹੀ ਹੁੰਦੇ ਹਨ, ਸਿਰਫ ਚੱਲ ਜਾਂ ਅਚਲ ਸੁਰ ਮਿਲਾ ਕੇ 12 ਸੁਰ ਬਣ ਜਾਂਦੇ ਹਨ। ਨਾਮ ਨਹੀਂ ਬਦਲਦੇ, ਨਾਮ ਉਹੀ ਰਹਿੰਦੇ ਹਨ। ਇਸ ਲਈ ਵਿਦਵਾਨਾਂ ਨੇ ਹਰੇਕ ਸੁਰ ਦੇ 2 ਨਾਮ ਰੱਖੇ ਨੇ, ਆਮ ਨਾਮ ਅਤੇ ਖਾਸ ਨਾਮ। ਆਮ ਨਾਮ ਕੀ ਹਨ? ਅਸੀਂ ਇਸ ਸਵਰ ਤੋਂ ਆਰੰਭਤਾ ਕਰਾਂਗੇ। ਸਾ, ਰੇ, ਗਾ, ਮਾ,
ਪਾ ਧਾ ਨੀ ਸਾ। ਕਿਉਂਕਿ ਇੱਥੋਂ ਤੱਕ 7 ਸਵਰ ਬਣ ਗਏ ਹਨ। ਇਹ ਸਾ, ਇਸ ਨੂੰ ਅਸੀਂ ਤਾਰ ਸਪਤਕ ਦਾ ਸਾ ਕਹਾਂਗੇ। ਇਸ ਲਈ ਸਾ ਤੋਂ ਲੈ ਕੇ ਨੀ ਤੱਕ ਇਹ 7 ਸਵਰ ਬਣ ਜਾਂਦੇ ਨੇ। ਚੱਲ ਅਚਲ ਸੁਰ ਪਾ ਕੇ ਇਹ 12 ਬਣ ਜਾਂਦੇ ਹਨ। ਸੋ ਇਹ ਹੋ ਗਿਆ ਆਮ ਨਾਮ ਸਾ, ਰੇ, ਗਾ, ਮਾ, ਪਾ, ਧਾ, ਨੀ। ਲੇਕਿਨ ਇੱਕ ਗੱਲ ਚੇਤੇ ਰੱਖਣੀ ਹੈ ਕਿ ਇਹਨਾਂ ਨਾਮਾਂ ਦੇ ਨਾਲ ਲਗਾ ਮਾਤਰਾ ਨਹੀਂ ਪੈਂਦੀਆਂ। ਜਿਵੇਂ ਕਿ ਜੇ ਸਾ ਲਿਖਣਾ ਤੇ ਸੱਸੇ ਨੂੰ ਕੰਨਾ ਨਹੀਂ ਪਾਵਾਂਗੇ। ਰੇ ਲਿਖਣੀ ਹੈ, ਰੇ ਦੇ ਲਾਮ, ਰਾਰੇ ਉੱਤੇ ਲਾਮ ਨਹੀਂ ਪਾਵਾਂਗੇ। ਗੱਗੇ ਨੂੰ ਕੰਨਾ ਨਹੀਂ ਪਾਵਾਂਗੇ। ਮਾ, ਪਾ ਇਹ ਕੰਨੇ ਨਹੀਂ ਪਾਵਾਂਗੇ। ਦਾਹ ਨਾਲ ਵੀ ਅਸੀਂ ਕੰਨਾ ਨਹੀਂ ਪਾਵਾਂਗੇ। ਜਦੋਂ ਅਸੀਂ ਨੀ ਲਿਖਣੀ ਹੈ, ਇਹਦੇ ਨਾਲ ਵੀ ਬਿਹਾਰੀ ਨਹੀਂ ਪਾਵਾਂਗੇ। ਨੰਨੇ ਨੂੰ ਬਿਹਾਰੀ ਨਹੀਂ ਪਾਵਾਂਗੇ। ਨੰਨਾ ਇਕੱਲਾ ਹੀ ਲਿਖਾਂਗੇ। ਸੋ ਜਦੋਂ ਇਹ ਸਵਰ ਲਿਖਣੇ ਹਨ, ਕੀ ਲਿਖਾਂਗੇ? ਸੱਸਾ, ਰਾਰਾ, ਗੱਗਾ, ਮੰਮਾ, ਪੱਪਾ, ਧੱਦਾ ਤੇ ਨੰਨਾ। ਬਸ ਇਸ ਤਰ੍ਹਾਂ ਲਿਖਾਂਗੇ ਤਾਂ ਇਹ ਬਣ ਜਾਏਗਾ ਸਾ, ਰੇ, ਗਾ, ਮਾ, ਪਾ, ਧਾ, ਨੀ। ਇਸ ਤਰ੍ਹਾਂ ਲਿਖਾਂਗੇ। ਇਹ ਸੀ ਆਮ ਨਾਮ। ਹੁਣ ਵਿਦਵਾਨਾਂ ਨੇ ਇਹਨਾਂ ਸੁਰਾਂ ਦੇ ਜੋ ਖਾਸ ਨਾਮ ਰੱਖੇ ਹਨ, ਉਸ ਬਾਰੇ ਵੀ ਆਪ ਜੀ ਨੂੰ ਜਾਣਕਾਰੀ ਦੇਣੀ ਅਤਿਅੰਤ ਲਾਜ਼ਮੀ ਹੈ। ਸਭ ਤੋਂ ਪਹਿਲਾਂ ਹੈ ਸਾ। ਸਾ ਦਾ ਖਾਸ ਨਾਮ ਹੈ ਛੜਜ ਜਾਂ ਸੜਜ ਜਾਂ ਛੜਜ। ਸੱਸੇ ਦੇ ਪੈਰ 'ਚ ਬਿੰਦੀ, ਡੱਡਾ ਤੇ ਜੱਜੇ ਦੇ ਪੈਰ 'ਚ ਬਿੰਦੀ, ਛੜਜ। ਜਾਂ ਆਮ ਤੌਰ ਤੇ ਇਹ ਖਰਜ ਵੀ ਕਹਿ ਦਿੰਦੇ ਹਨ, ਖੱਖਾ, ਰਾਰਾ, ਜੱਜੇ ਦੇ ਪੈਰ ਵਿੱਚ ਬਿੰਦੀ। ਲੇਕਿਨ ਇਸ ਦਾ ਨਾਮ ਸਾ ਆਮ ਨਾਮ ਹੋ ਗਿਆ, ਛੜਜ ਜਾਂ ਖਰਜ ਇਹ ਖਾਸ ਨਾਮ ਹੋ ਗਿਆ। ਇਸੇ ਤਰ੍ਹਾਂ ਰੇ ਹੈ। ਰੇ ਆਮ ਨਾਮ ਹੋ ਗਿਆ, ਲੇਕਿਨ ਰਿਸ਼ਭ, ਰਿਸ਼ਭ ਨਾਮ ਜੋ ਹੈ ਉਹ ਖਾਸ ਨਾਮ ਹੋ ਗਿਆ। ਗਾ ਆਮ ਨਾਮ ਹੋ ਗਿਆ, ਗੰਧਾਰ ਇਹ ਖਾਸ ਨਾਮ ਹੋ ਗਿਆ। ਮਾ ਆਮ ਨਾਮ ਹੋ ਗਿਆ, ਮੱਧਮ, ਮੱਧਮ ਇਸ ਦਾ ਖਾਸ ਨਾਮ ਹੈ। ਪਾ ਇਹ ਆਮ ਨਾਮ। ਪੰਚਮ, ਪੰਚਮ ਇਸ ਦਾ ਖਾਸ ਨਾਮ ਹੈ। ਧਾ ਇਹ ਆਮ ਨਾਮ। ਧੈਵਤ ਇਸ ਦਾ ਖਾਸ ਨਾਮ ਹੈ। ਇਸੇ ਤਰ੍ਹਾਂ ਨੀ ਹੈ। ਨੀ ਇਸ ਦਾ ਆਮ ਨਾਮ ਹੈ ਅਤੇ ਖਾਸ ਨਾਮ ਹੈ ਨਿਸ਼ਾਦ। ਸੋ ਇਹ ਹੋ ਗਿਆ ਖਾਸ ਨਾਮ। ਜਿਵੇਂ ਕਿ ਛੜਜ ਜਾਂ ਖਰਜ, ਰਿਸ਼ਭ, ਗੰਧਾਰ, ਮੱਧਮ, ਪੰਚਮ, ਧੈਵਤ, ਨਿਸ਼ਾਦ। ਇਸ ਤੋਂ ਅਗਾਂਹ ਜਿੰਨੇ ਵੀ ਸੁਰ ਹਨ, ਨਾਮ ਇਹੀ ਰਹਿਣੇ ਹਨ, ਲੇਕਿਨ ਲਿਖਣ ਵੇਲੇ ਚਿੰਨ੍ਹ ਬਦਲ ਜਾਂਦੇ ਹਨ। ਸਪਤਕਾਂ ਦੇ ਆਪਣੇ ਚਿੰਨ੍ਹ ਹੁੰਦੇ ਹਨ, ਉਹ ਅਸੀਂ ਅਗਾਂਹ ਜਾ ਕੇ ਆਪ ਜੀ ਨੂੰ ਦੱਸਾਂਗੇ। ਸੋ ਇਹ ਸੀ ਸੁਰਾਂ ਦੇ ਆਮ ਨਾਮ ਅਤੇ ਖਾਸ ਨਾਮ। ਹੁਣ ਅਸੀਂ ਆਪ ਜੀ ਨੂੰ ਹਾਰਮੋਨੀਅਮ ਦੇ ਸਕੇਲਾਂ ਬਾਰੇ ਦੱਸਾਂਗੇ। ਇਹ ਜੋ 12 ਸੁਰ ਹਨ, ਹਰੇਕ ਸੁਰ ਤੋਂ ਇੱਕ ਸਕੇਲ ਸ਼ੁਰੂ ਹੁੰਦਾ ਹੈ। ਇਸ ਤਰ੍ਹਾਂ 12 ਸਕੇਲ ਬਣ ਜਾਂਦੇ ਹਨ। ਅਸੀਂ ਇਹ ਕਹਿ ਸਕਦੇ ਹਾਂ ਕਿ ਹਾਰਮੋਨੀਅਮ ਦੇ 42 ਸੁਰ, 3 ਸਪਤਕ ਅਤੇ 12 ਸਕੇਲ ਹੁੰਦੇ ਹਨ। 12 ਸਕੇਲ ਕਿਵੇਂ ਬਣਦੇ ਹਨ, ਅਸੀਂ ਆਪ ਜੀ ਨੂੰ ਹਾਰਮੋਨੀਅਮ ਦੀਆਂ ਸੁਰਾਂ ਦੇ ਉੱਪਰ ਹੀ ਸਮਝਾਉਣ ਦਾ ਯਤਨ ਕਰਦੇ ਹਾਂ। ਅਸੀਂ ਜਿਵੇਂ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਮੰਦਰ ਸਪਤਕ ਹੈ। ਇਸ ਸਵਰ ਤੋਂ ਲੈ ਕੇ ਇਸ ਸੁਰ ਤੱਕ ਇਹ 12 ਸੁਰ ਨੇ। ਲੇਕਿਨ ਸਕੇਲ ਸਮਝਣ ਵਾਸਤੇ ਅਸੀਂ ਇਸ ਸੁਰ ਨੂੰ ਆਧਾਰ ਬਣਾਵਾਂਗੇ। ਇਹ ਪਹਿਲਾ ਚਿੱਟਾ ਹੈ। ਇਸ ਪਹਿਲੇ ਚਿੱਟੇ ਨੂੰ ਜਦੋਂ ਅਸੀਂ ਸਾ ਮੰਨ ਲਵਾਂਗੇ ਤਾਂ ਇੱਥੋਂ ਇੱਕ ਸਕੇਲ ਸ਼ੁਰੂ ਹੋ ਜਾਵੇਗਾ। ਇਸ ਨੂੰ ਅਸੀਂ ਹਾਰਮੋਨੀਅਮ ਦੀਆਂ ਸੁਰਾਂ ਦੇ ਉੱਪਰ ਸਮਝਾਵਾਂਗੇ। ਇਹ ਸਾ ਕੀ ਹੋ ਗਿਆ? ਸਕੇਲ। ਇਸ ਦੇ ਵਿੱਚ 12 ਸੁਰ ਕਵਰ ਹੋ ਜਾਣਗੇ। ਲੇਕਿਨ ਜਦੋਂ ਅਸੀਂ ਇਸ ਦਾ ਜੋ ਕੋਮਲ ਰੇ ਹੈ, ਯਾਨੀ ਕਿ ਪਹਿਲਾ ਕਾਲਾ, ਕਿਉਂਕਿ ਚਾਹੇ ਅਸੀਂ ਇਹ ਕਹੀਏ, ਚਾਹੇ ਇਹ ਕਹੀਏ, ਚਾਹੇ ਇਹ ਕਹੀਏ, ਇਹਨਾਂ ਨੂੰ ਅਸੀਂ ਪਹਿਲਾ ਕਾਲਾ ਕਵਾਂਗੇ। ਹਾਂ, ਇਹ ਕਹਿ ਸਕਦੇ ਹਾਂ ਇਹ ਪਹਿਲਾ ਕਾਲਾ ਮੰਦਰ ਸਪਤਕ ਦਾ, ਇਹ ਪਹਿਲਾ ਕਾਲਾ ਮੱਧ ਸਪਤਕ ਦਾ, ਇਹ ਪਹਿਲਾ ਕਾਲਾ ਤਾਰ ਸਪਤਕ ਦਾ। ਜਦੋਂ ਅਸੀਂ ਇਸ ਪਹਿਲੇ ਕਾਲੇ ਨੂੰ ਸਾ ਮੰਨ ਲਵਾਂਗੇ ਤਾਂ ਇੱਥੋਂ ਵੀ ਇੱਕ ਸਕੇਲ ਸ਼ੁਰੂ ਹੋ ਜਾਵੇਗਾ। ਇਸ ਤਰ੍ਹਾਂ ਇੱਕ ਸਕੇਲ ਬਣ ਗਿਆ। ਜਦੋਂ ਅਸੀਂ ਇਸ ਦੂਜੇ ਚਿੱਟੇ ਨੂੰ ਸੁਰ
ਸਾ ਮੰਨ ਲਵਾਂਗੇ ਤਾਂ ਇੱਥੋਂ ਵੀ ਇੱਕ ਸਕੇਲ ਸ਼ੁਰੂ ਹੋ ਜਾਵੇਗਾ। ਇਹ ਸਕੇਲ ਬਣ ਗਿਆ। ਉਦਾਹਰਨ ਵਾਸਤੇ ਅਸੀਂ ਇਹ ਸਮਝ ਲਿਆ ਹੈ, ਲੇਕਿਨ ਸਮਝਣ ਵਾਲੀ ਬਾਤ ਇਹ ਹੈ, ਇੱਥੋਂ ਇੱਕ ਸਕੇਲ, ਦੂਜਾ ਸਕੇਲ, ਤੀਜਾ ਸਕੇਲ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ, 10ਵਾਂ, 11ਵਾਂ ਤੇ 12ਵਾਂ। ਇਸ ਤਰ੍ਹਾਂ ਇਹ 12 ਸਕੇਲ ਬਣ ਜਾਂਦੇ ਹਨ। ਜਦੋਂ ਵੀ ਕੋਈ ਗਾਇਕ ਗਾਉਂਦਾ ਹੈ ਉਹ ਕੋਈ ਨਾ ਕੋਈ ਆਪਣਾ ਸਕੇਲ ਜ਼ਰੂਰ ਰੱਖਦਾ ਹੈ, ਜਾਂ ਇਸ ਨੂੰ ਸਕੇਲ ਬਣਾਵੇਗਾ, ਜਾਂ ਇਸ ਨੂੰ, ਜਾਂ ਇਸ ਨੂੰ, ਜਾਂ ਇਸ ਨੂੰ। ਉਹ ਆਪਣੀ ਆਵਾਜ਼ ਦੇ ਹਿਸਾਬ ਨਾਲ ਸਕੇਲ ਮਿਥ ਲੈਂਦਾ ਹੈ। ਹਾਂ, ਉਹ ਮੰਦਰ ਸਪਤਕ ਦਾ ਸਕੇਲ ਵੀ ਮਿਥ ਸਕਦਾ ਹੈ, ਉਹ ਮੱਧ ਸਪਤਕ ਦਾ ਸਕੇਲ ਵੀ ਮਿਥ ਸਕਦਾ ਹੈ। ਜੇ ਆਵਾਜ਼ ਨੀਵਾਂ ਹੈ ਤਾਂ ਉਹ ਮੰਦਰ ਸਪਤਕ ਦਾ ਸਕੇਲ ਅਪਣਾ ਸਕਦਾ ਹੈ, ਇੱਥੋਂ ਸ਼ੁਰੂ ਕਰ ਸਕਦਾ ਹੈ, ਇੱਥੋਂ ਸ਼ੁਰੂ ਕਰ ਸਕਦਾ ਹੈ, ਇੱਥੋਂ ਸ਼ੁਰੂ ਕਰ ਸਕਦਾ ਹੈ। ਜੇ ਉਸ ਦਾ ਆਵਾਜ਼ ਉੱਚਾ ਜਾਂਦਾ ਹੈ ਤਾਂ ਉਹ ਤਾਰ ਸਪਤਕ ਦਾ ਵੀ ਸਕੇਲ ਮਿਥ ਸਕਦਾ ਹੈ, ਇੱਥੋਂ ਸ਼ੁਰੂ ਕਰ ਸਕਦਾ, ਇੱਥੋਂ, ਇੱਥੋਂ, ਇਸ ਸੁਰ ਤੋਂ, ਇਸ ਸੁਰ ਤੋਂ, ਇਸ ਤਰ੍ਹਾਂ ਉਹ ਤਾਂ ਨੂੰ ਉਹ ਜਾ ਸਕਦਾ ਹੈ। ਸੋ ਹੁਣ ਅਸੀਂ ਸਮਝ ਗਏ ਹੋਵਾਂਗੇ ਕਿ ਹਾਰਮੋਨੀਅਮ ਦੇ ਸੁਰ ਕਿੰਨੇ ਹੁੰਦੇ ਹਨ, ਸਪਤਕ ਕਿੰਨੇ ਹੁੰਦੇ ਹਨ ਅਤੇ ਸਕੇਲ ਕਿੰਨੇ ਹੁੰਦੇ ਹਨ। ਕਿ ਸੁਰ ਦੇ ਉੱਪਰ ਹੱਥ ਰੱਖਣਾ ਕਿਵੇਂ ਹੈ। ਆਹ ਦੇਖੋ, ਜਦੋਂ ਅਸੀਂ ਸੁਰ ਦੇ ਉੱਪਰ ਹੱਥ ਰੱਖਣਾ ਹੈ, ਬਿਲਕੁਲ ਪੋਲਾ ਹੱਥ ਰੱਖਣਾ ਹੈ ਔਰ ਉਂਗਲਾਂ ਨੂੰ ਬਿਲਕੁਲ ਸਿੱਧੀਆਂ ਰੱਖਣਾ ਹੈ। ਇਧਰ ਅੰਗੂਠਾ ਬਿਲਕੁਲ ਤਿਆਰ ਬਰ ਤਿਆਰ ਰੱਖਣਾ ਹੈ। ਕਦੇ ਵੀ ਅੰਗੂਠਾ ਵਿੱਚ ਨੂੰ ਨਹੀਂ ਮੋੜਨਾ, ਜਿਸ ਤਰ੍ਹਾਂ ਮੈਂ ਮੋੜਿਆ ਹੋਇਆ, ਇਸ ਤਰ੍ਹਾਂ ਨਹੀਂ ਕਰਨਾ। ਇਸ ਤਰ੍ਹਾਂ ਅੰਗੂਠਾ ਰੱਖਣਾ ਹੈ। ਇਹ ਜੋ ਉਂਗਲਾਂ ਹਨ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਰੱਖਣਾ। ਕਈ ਵਾਰ ਵਿਦਿਆਰਥੀ ਕੀ ਕਰਦੇ ਹਨ, ਇਸ ਤਰ੍ਹਾਂ ਹੱਥ ਰੱਖਦੇ ਹਨ, ਸਾਰਾ ਹੱਥ ਬੰਦ ਕਰਕੇ ਇੱਕ ਸੁਰ ਤੇ ਰੱਖ ਲੈਂਦੇ ਹਨ। ਫਿਰ ਜਦੋਂ ਦੂਸਰਾ ਸੁਰ ਦਬਾਉਣਾ ਹੁੰਦਾ ਹੈ ਫਿਰ ਉਹ ਦੂਸਰੀ ਉਂਗਲ ਖੋਲਦੇ ਹਨ। ਇਹ ਠੀਕ ਨਹੀਂ ਹੈ। ਇਸ ਲਈ ਅਸੀਂ ਸਭ ਤੋਂ ਪਹਿਲੇ ਜਦੋਂ ਸੁਰ ਦੇ ਉੱਪਰ ਹੱਥ ਰੱਖਣਾ ਹੈ ਇਸ ਤਰ੍ਹਾਂ ਰੱਖਣਾ ਹੈ। ਚਾਹੇ ਆ ਸੁਰ ਹੈ, ਚਾਹੇ ਰੇ ਸੁਰ ਹੈ, ਚਾਹੇ ਗਾ ਸੁਰ ਹੈ, ਚਾਹੇ ਮਾਂ ਹੈ, ਪਾ ਹੈ। ਇਹ ਅਸੀਂ ਅਗਾਂਹ ਦੱਸਦੇ ਜਾਵਾਂਗੇ। ਦੂਸਰੀ ਗੱਲ, ਸੁਰ ਦੇ ਉੱਪਰ ਜਦੋਂ ਵੀ ਹੱਥ ਰੱਖਣਾ ਹੈ ਦੱਬ ਕੇ ਨਹੀਂ ਰੱਖਣਾ, ਇਸ ਤਰ੍ਹਾਂ ਅਕੜਾ ਕੇ ਹੱਥ ਨਹੀਂ ਰੱਖਣਾ। ਕਿਉਂਕਿ ਜਦੋਂ ਅਸੀਂ ਅਕੜਾ ਕੇ ਜ਼ੋਰ ਨਾਲ ਹੱਥ ਰੱਖਾਂਗੇ ਤਾਂ ਅਗਲੇ ਸੁਰ ਦੱਬਣ ਵਿੱਚ ਸਾਨੂੰ ਬਹੁਤ ਵੱਡੀ ਮੁਸ਼ਕਲ ਆਵੇਗੀ। ਸਾਡਾ ਕਦੇ ਵੀ ਹਾਰਮੋਨੀਅਮ ਦੀਆਂ ਸੁਰਾਂ ਉੱਪਰ ਹੱਥ ਤੇਜ਼ ਨਹੀਂ ਹੋ ਸਕੇਗਾ। ਤੀਸਰਾ ਨੁਕਤਾ ਸਮਝਣਾ ਹੈ, ਜਦੋਂ ਵੀ ਅਸੀਂ ਸੁਰ ਦੱਬਣਾ ਹੈ ਠੱਕ ਠੱਕ ਕਰਕੇ ਆਵਾਜ਼ ਨਹੀਂ ਆਉਣੀ ਚਾਹੀਦੀ। ਜਿਵੇਂ ਇਸ ਤਰ੍ਹਾਂ ਆਵਾਜ਼ ਨਹੀਂ ਆਉਣੀ ਚਾਹੀਦੀ। ਬਿਲਕੁਲ ਹੱਥ ਨੂੰ ਨਰਮਾਈ ਵਿੱਚ ਰੱਖਣਾ, ਪੋਲਾ ਰੱਖਣਾ ਅਤੇ ਸੁਰਾਂ ਦੇ ਉੱਪਰ ਬਿਲਕੁਲ ਹੌਲੀ ਹੌਲੀ ਅਤੇ ਨਰਮ ਨਰਮ ਹੱਥ ਚਲਾਉਣਾ, ਜਿਸ ਤਰ੍ਹਾਂ ਮੈਂ ਆਪ ਜੀ ਨੂੰ ਦੱਸਦਾ ਹਾਂ। ਇਸ ਤਰ੍ਹਾਂ ਹੱਥ ਚਲਾਉਣਾ ਹੈ, ਇਸ ਤਰ੍ਹਾਂ ਹੱਥ ਨਹੀਂ ਚਲਾਉਣਾ ਜਿਸ ਤਰ੍ਹਾਂ ਇਹ ਮੈਂ ਚਲਾ ਰਿਹਾ ਹਾਂ, ਜਾਂ ਇਸ ਤਰ੍ਹਾਂ ਕਦੇ ਵੀ ਹੱਥ ਨਹੀਂ ਚਲਾਉਣਾ। ਸੋ ਅਸੀਂ ਇਹ ਸਿੱਖ ਲਿਆ ਹੋਵੇਗਾ ਕਿ ਸੁਰ ਦੇ ਉੱਪਰ ਹੱਥ ਰੱਖਣਾ ਕਿਵੇਂ ਹੈ, ਸੁਰ ਦਬਾਉਣਾ ਕਿਵੇਂ ਹੈ ਅਤੇ ਸੁਰ ਦੇ ਉੱਪਰ ਹੱਥ ਚਲਾਉਣਾ ਕਿਵੇਂ ਹੈ। ਹੁਣ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਸੁਰਾਂ ਉੱਪਰ ਹੱਥ ਚਲਾਉਂਦੇ ਸਮੇਂ ਹਾਰਮੋਨੀਅਮ ਦਾ ਪੱਖਾ ਕਿਵੇਂ ਮਾਰਨਾ ਹੈ। ਸਭ ਤੋਂ ਪਹਿਲੇ ਅਸੀਂ ਪੱਖੇ ਵਾਲਾ ਹੱਥ ਦੇਖੀਏ ਕਿ ਪੱਖੇ ਦੇ ਉੱਪਰ ਹੱਥ ਕਿਵੇਂ ਰੱਖਣਾ ਹੈ। ਆਹ ਦੇਖੋ, ਪੱਖੇ ਦੇ ਉੱਪਰ ਹੱਥ ਰੱਖਣ ਦਾ ਸਹੀ ਤਰੀਕਾ ਇਹ ਹੈ। ਕਈ ਵਿਦਿਆਰਥੀ ਇਸ ਤਰ੍ਹਾਂ ਹੱਥ ਰੱਖਦੇ ਹਨ, ਅੰਗੂਠਾ ਇਸ ਤਰ੍ਹਾਂ ਲੈ ਜਾਂਦੇ ਹਨ। ਇਹ ਠੀਕ ਨਹੀਂ ਹੈ। ਹਮੇਸ਼ਾ ਜਦੋਂ ਵੀ ਪੱਖਾ ਮਾਰਨਾ ਹੈ ਸਾਡਾ ਅੰਗੂਠਾ ਇੱਥੇ ਹੋਵੇ, ਸਾਡੀਆਂ 3 ਉਂਗਲਾਂ ਘੱਟੋ ਘੱਟ ਪੱਖੇ ਦੇ ਉੱਪਰ ਹੋਣ। ਇਸ ਤਰ੍ਹਾਂ ਨਹੀਂ ਕਿ ਅਸੀਂ ਇਸ ਤਰ੍ਹਾਂ ਪੱਖਾ ਮਾਰੀਏ ਜਾਂ ਇਸ ਤਰ੍ਹਾਂ, ਇਹ ਗਲਤ ਹੈ। ਕਈ ਵਿਦਿਆਰਥੀ ਪੱਖਾ ਮਾਰਨ ਵੇਲੇ ਜਾਂ ਤੇ ਅੰਗੂਠਾ ਇਉਂ ਕਰ ਲੈਂਦੇ ਹਨ ਜਾਂ ਆਪਣਾ ਹੱਥ ਇਸ ਤਰ੍ਹਾਂ ਰੱਖ ਲੈਂਦੇ ਹਨ, ਇਹ ਬਿਲਕੁਲ ਗਲਤ ਹੈ। ਜਾਂ ਕਈ ਵਿਦਿਆਰਥੀ ਇਸ ਤਰ੍ਹਾਂ ਪੱਖਾ ਮਾਰਦੇ ਹਨ, ਇਹ ਵੀ ਗਲਤ ਹੈ। ਇਸ ਲਈ ਸਹੀ ਤਰੀਕਾ ਕੀ ਹੈ, ਬਿਲਕੁਲ ਅੰਗੂਠਾ ਇਸ ਤਰ੍ਹਾਂ ਰੱਖਣਾ। ਆਹ ਜੋ 3 ਉਂਗਲੀਆਂ ਹਨ ਇਹਨਾਂ ਨੂੰ ਪੱਖੇ ਦੇ ਉੱਪਰ ਰੱਖਣਾ। ਤੀਜੀ ਉਂਗਲੀ ਜੋ ਹੈ
ਇਹ ਭਾਵੇਂ ਸਾਡੀ ਬਾਹਰ ਰਹਿ ਸਕਦੀ ਹੈ। ਇਸ ਲਈ ਇਹ ਪੱਖਾ ਮਾਰਨ ਦਾ ਜੋ ਤਰੀਕਾ ਹੈ, ਉਸ ਤੋਂ ਬਾਅਦ ਜਦੋਂ ਅਸੀਂ ਸੁਰਾਂ ਨੂੰ ਚਲਾਉਂਦੇ ਸਮੇਂ ਪੱਖਾ ਮਾਰਨਾ ਹੈ, ਉਸ ਦਾ ਕੀ ਤਰੀਕਾ ਹੈ, ਬੜੇ ਪਿਆਰ ਦੇ ਨਾਲ ਆਪ ਜੀ ਨੇ ਦੇਖਣਾ ਹੈ। ਆਪ ਜੀ ਨੇ ਦੇਖਿਆ ਹੋਵੇਗਾ ਕਿ ਸੁਰਾਂ ਦੇ ਉੱਪਰ ਹੱਥ ਚੱਲਦੇ ਸਮੇਂ ਪੱਖਾ ਬਿਲਕੁਲ ਹੌਲੀ ਹੌਲੀ ਮਾਰਿਆ ਜਾ ਰਿਹਾ ਹੈ, ਜ਼ੋਰ ਜ਼ੋਰ ਨਾਲ ਨਹੀਂ ਮਾਰਿਆ ਜਾ ਰਿਹਾ। ਇੱਕ ਗੱਲ ਆਪ ਜੀ ਨੇ ਹੋਰ ਖਾਸ ਨੋਟ ਕੀਤੀ ਹੋਵੇਗੀ, ਜਦੋਂ ਸਰਗਮ ਪੂਰੀ ਹੋ ਗਈ ਮੈਂ ਉਹਨਾਂ ਚਿਰ ਸੁਰਾਂ ਦੇ ਉੱਪਰੋਂ ਹੱਥ ਨਹੀਂ ਚੁੱਕਿਆ ਜਿੰਨਾ ਚਿਰ ਸਾਰੀ ਹਵਾ ਨਿਕਲ ਨਹੀਂ ਗਈ। ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਕਿ ਅਸੀਂ ਸਰਗਮ ਵਜਾ ਕੇ ਹਟੇ ਹਾਂ ਤੇ ਇੱਕਦਮ ਅਸੀਂ ਸੁਰਾਂ ਤੋਂ ਹੱਥ ਚੁੱਕ ਲਈਏ ਤੇ ਹਵਾ ਵਿੱਚ ਰਹਿ ਜਾਵੇ। ਜਿਵੇਂ ਕਿ ਆ ਦੇਖੋ, ਜਦੋਂ ਅਸੀਂ ਇਸ ਤਰ੍ਹਾਂ ਹੱਥ ਚੁੱਕਾਂਗੇ ਤਾਂ ਹਾਰਮੋਨੀਅਮ ਦੇ ਵਿੱਚ ਹਵਾ ਰਹਿ ਜਾਏਗੀ, ਉਹਦੇ ਨਾਲ ਹਾਰਮੋਨੀਅਮ ਦਾ ਨੁਕਸਾਨ ਹੋਵੇਗਾ ਅਤੇ ਸਾਡੀ ਬੇਸਮਝੀ ਸਾਹਮਣੇ ਆ ਜਾਵੇਗੀ। ਇਸ ਲਈ ਜਦੋਂ ਵੀ ਹਾਰਮੋਨੀਅਮ ਦੀਆਂ ਸੁਰਾਂ ਦੇ ਉੱਪਰ ਹੱਥ ਚਲਾਉਣਾ ਹੈ, ਪੱਖਾ ਹੌਲੀ ਹੌਲੀ ਇਕਸਾਰ ਮਾਰਨਾ ਹੈ ਅਤੇ ਜਿੰਨਾ ਚਿਰ ਹਵਾ ਨਿਕਲ ਨਹੀਂ ਜਾਂਦੀ ਉਹਨਾਂ ਚਿਰ ਅਸੀਂ ਸੁਰਾਂ ਦੇ ਉੱਪਰੋਂ ਹੱਥ ਚੁੱਕਣਾ ਨਹੀਂ ਹੈ। ਕਈ ਵਿਦਿਆਰਥੀ ਕੀ ਕਰਦੇ ਹਨ ਕਿ ਹਰੇਕ ਸੁਰ ਦੇ ਨਾਲ ਪੱਖਾ ਮਾਰਦੇ ਹਨ, ਜਿਵੇਂ ਕਿ ਇਹ ਤਰੀਕਾ ਬਿਲਕੁਲ ਹੀ ਗਲਤ ਹੈ। ਇਸ ਤਰ੍ਹਾਂ ਨਹੀਂ ਕਰਨਾ। ਹਾਰਮੋਨੀਅਮ ਦਾ ਪੱਖਾ ਜ਼ੋਰ ਜ਼ੋਰ ਨਾਲ ਨਹੀਂ ਮਾਰਨਾ। ਜਦੋਂ ਸਾਡੇ ਹੱਥ ਨੂੰ ਇਹ ਮਹਿਸੂਸ ਹੋਣ ਲੱਗੇ ਕਿ ਪੱਖਾ ਭਾਰਾ ਹੋ ਗਿਆ ਹੈ, ਪੱਖਾ ਮਾਰਨ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸੇ ਵੇਲੇ ਪੱਖਾ ਛੱਡ ਦਈਏ। ਜਿੰਨਾ ਚਿਰ ਉਹ ਸਾਰੀ ਹਵਾ ਨਿਕਲ ਨਹੀਂ ਜਾਂਦੀ ਉਹਨਾਂ ਚਿਰ ਦੁਬਾਰਾ ਪੱਖਾ ਮਾਰਨਾ ਸ਼ੁਰੂ ਨਾ ਕਰੀਏ। ਲੇਕਿਨ ਪੱਖਾ ਭਾਰਾ ਹੋਣ ਦਾ ਅਰਥ ਇਹ ਹੈ ਕਿ ਸਾਨੂੰ ਪੱਖਾ ਮਾਰਨਾ ਨਹੀਂ ਆਉਂਦਾ। ਇਸ ਵਾਸਤੇ ਅਸੀਂ ਸਭ ਤੋਂ ਪਹਿਲੇ ਇਸ ਗੱਲ ਵੱਲ ਖਿਆਲ ਰੱਖੀਏ, ਧਿਆਨ ਰੱਖੀਏ ਕਿ ਇਸ ਲਿਹਾਜ਼ ਦੇ ਨਾਲ ਪੱਖਾ ਮਾਰੀਏ ਕਿ ਸੁਰਾਂ ਦੇ ਉੱਪਰ ਹੱਥ ਚਲਾਉਂਦੇ ਸਮੇਂ, ਹਾਰਮੋਨੀਅਮ ਵਜਾਉਂਦੇ ਸਮੇਂ ਕਦੇ ਵੀ ਪੱਖਾ ਭਾਰਾ ਹੋਵੇ ਹੀ ਨਾ। ਜਦੋਂ ਅਸੀਂ ਇਹ ਸਾਰੀਆਂ ਗੱਲਾਂ ਦਾ ਅਭਿਆਸ ਕਰਾਂਗੇ, ਮੰਨਾਂਗੇ, ਇਸ ਨਾਲ ਸਾਡਾ ਹੱਥ ਹਾਰਮੋਨੀਅਮ ਦੀਆਂ ਸੁਰਾਂ ਦੇ ਉੱਪਰ ਤੇਜ਼ ਵੀ ਹੋਵੇਗਾ ਅਤੇ ਚੰਗਾ ਵੀ ਲੱਗੇਗਾ ਅਤੇ ਸਾਡੇ ਹਾਰਮੋਨੀਅਮ ਦਾ ਨੁਕਸਾਨ ਵੀ ਨਹੀਂ ਹੋਵੇਗਾ। ਗੁਰਬਾਣੀ ਕੀਰਤਨ ਸਿੱਖ ਰਹੇ ਪਿਆਰੇ ਵਿਦਿਆਰਥੀਓ, ਮੈਨੂੰ ਪੂਰੀ ਉਮੀਦ ਹੈ ਕਿ ਇਸ ਐਪੀਸੋਡ ਦੇ ਵਿੱਚ ਅਸੀਂ ਆਪ ਜੀ ਨੂੰ ਜੋ ਵੀ ਜਾਣਕਾਰੀ ਦਿੱਤੀ ਹੈ, ਆਪ ਜੀ ਜ਼ਰੂਰ ਉਸ ਨੂੰ ਮੰਨੋਗੇ ਅਤੇ ਗੁਰਬਾਣੀ ਕੀਰਤਨ ਸਿੱਖਣ ਵਿੱਚ ਮੁਹਾਰਤ ਹਾਸਲ ਕਰੋਗੇ। ਪਿਆਰੇ ਵਿਦਿਆਰਥੀਓ, ਮੈਂ ਆਪ ਜੀ ਤੋਂ ਇਹ ਵੀ ਆਸ ਰੱਖਦਾ ਹਾਂ, ਅਗਰ ਆਪ ਜੀ ਨੂੰ ਇਹ ਸਾਡੀ ਜਾਣਕਾਰੀ ਚੰਗੀ ਲੱਗੀ ਹੈ, ਇਹ ਸਾਡਾ ਐਪੀਸੋਡ ਚੰਗਾ ਲੱਗਾ ਹੈ, ਤਾਂ ਆਪ ਜੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡਾ ਇਹ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਤਾਂ ਕਿ ਹੋਰ ਵਿਦਿਆਰਥੀ ਵੀ ਗੁਰਬਾਣੀ ਕੀਰਤਨ ਸਿੱਖਣ ਵਿੱਚ ਲਾਭ ਹਾਸਲ ਕਰ ਸਕਣ। ਅਗਰ ਆਪ ਜੀ ਨੂੰ ਸਾਡੇ ਦੱਸਣ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੰਕਾ ਹੋਵੇ ਜਾਂ ਆਪ ਜੀ ਦੇ ਅੰਦਰ ਕੋਈ ਸਵਾਲ ਪੈਦਾ ਹੁੰਦਾ ਹੋਵੇ ਜਾਂ ਆਪ ਜੀ ਕੋਈ ਹੋਰ ਜਾਣਕਾਰੀ ਚਾਹੁੰਦੇ ਹੋਵੋ, ਤਾਂ ਆਪ ਜੀ ਜ਼ਰੂਰ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ, ਪੁੱਛ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਹਾਡੇ ਸਵਾਲ ਦਾ ਜਵਾਬ ਆਪ ਜੀ ਨੂੰ ਸਹੀ ਦਿੱਤਾ ਜਾਵੇ। ਅਸੀਂ ਇਹ ਐਪੀਸੋਡ ਇੱਥੇ ਹੀ ਸਮਾਪਤ ਕਰਦੇ ਹਾਂ। ਪਿਆਰ ਦੇ ਨਾਲ ਸਾਰੇ ਵਿਦਿਆਰਥੀ ਗੁਰੂ ਦਸਮ ਪਾਤਸ਼ਾਹ ਜੀ ਦੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।